ਆਪਣੇ ਆਪਣੇ ਪਰਿਵਾਰ ਅਤੇ ਸਰਬੱਤ ਜੀਵ ਜੰਤ ਦੇ ਭਲੇ ਦੇ ਲਈ ਪਿਆਰ ਦੇ ਨਾਲ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸ਼ਲੋਕ ਮਹਲਾ ਪੰਜਵਾਂ। ਚਿੜੀ ਚੌਕੀ ਪਾਹੁ ਫੁਟੀ, ਵਗਣ ਬਹੁਤ ਤਰੰਗ। ਇਨਸਾਨ ਦੇ ਮਨ ਨੂੰ ਸਵੇਰ ਵੇਲੇ ਚੱਲ ਰਹੀ ਹਵਾ ਦੀਆਂ ਤਰੰਗਾਂ ਬਹੁਤ ਭਾਉਂਦੀਆਂ ਹਨ। ਉੱਗਦੇ ਸੂਰਜ ਦੀ ਲਾਲੀ ਮਨ ਨੂੰ ਖਿੱਚ ਪਾਉਂਦੀ ਹੈ। ਸੰਧਿਆ ਵੇਲੇ ਡੁੱਬ ਰਹੇ ਸੂਰਜ ਦੀ ਲਾਲੀ ਇਨਸਾਨ ਬੜੇ ਚਾਅ ਦੇ ਨਾਲ ਦੇਖਦਾ ਹੈ। ਦੁਨੀਆ 'ਤੇ ਕਈ ਐਸੀਆਂ ਥਾਵਾਂ ਨੇ ਜਿਸੇ ਬਥੇਰ ਤੌਰ 'ਤੇ ਡੁੱਬਦੇ ਹੋਏ ਸੂਰਜ ਨੂੰ ਦੇਖਿਆ ਜਾਂਦਾ। ਸਮੁੰਦਰ ਦੀਆਂ ਚੱਲ ਰਹੀਆਂ ਵਗ ਰਹੀਆਂ ਲਹਿਰਾਂ ਇਨਸਾਨ ਦੇ ਮਨ ਨੂੰ ਧੂ ਪਾਉਂਦੀਆਂ ਨੇ, ਖਿੱਚ ਪਾਉਂਦੀਆਂ ਨੇ। ਅਸਮਾਨ ਦੇ ਵਿੱਚ ਚਮਕਦੇ ਹੋਏ ਤਾਰੇ ਮਨੁੱਖ ਦੇ ਅੰਦਰਲੇ ਮਨ ਨੂੰ ਸਕੂਨ ਦਿੰਦੇ ਐ, ਸੋਹਣੇ ਲੱਗਦੇ ਐ। ਇਨਸਾਨ ਕਿੰਨਾ ਸਮਾਂ ਨਿਹਾਰਦਾ ਹੈ, ਤੱਕਦਾ ਹੈ। ਕੁਦਰਤ ਦੇ ਇਹ ਨਜ਼ਾਰੇ ਇਨਸਾਨ ਦੇ ਮਨ ਨੂੰ ਬੜੀ ਖਿੱਚ ਪਾਉਂਦੇ ਨੇ। ਇਸ ਦਾ ਕਾਰਨ ਕੀ ਹੈ? ਇਹਦਾ ਕਾਰਨ ਕੀ ਹੈ? ਇਹ ਚੀਜ਼ਾਂ ਇਨਸਾਨ ਦੇ ਮਨੁੱਖ ਦੇ ਮਨ ਨੂੰ, ਹਿਰਦੇ ਨੂੰ ਮੋਹ ਲੈਂਦੀਆਂ ਨੇ, ਧੂ ਲੈਂਦੀਆਂ ਨੇ ਆਪਣੇ ਵੱਲ ਨੂੰ। ਤੇ ਇਨਸਾਨ ਜ਼ਿੰਦਗੀ ਦੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇਹਨਾਂ ਪਲਾਂ ਦਾ ਆਨੰਦ ਮਾਣਨਾ ਚਾਹੁੰਦਾ ਹੈ। ਤੇ ਜਦੋਂ ਆਨੰਦ ਮਾਣਦਾ ਹੈ ਤਾਂ ਆਪਣੀਆਂ ਚਿੰਤਾਵਾਂ ਨੂੰ, ਆਪਣੇ ਫਿਕਰਾਂ ਨੂੰ, ਆਪਣੇ ਮਨ ਦੇ ਕਈ ਹੋਰ ਤਰ੍ਹਾਂ ਦੇ ਸੰਸਿਆਂ ਨੂੰ ਭੁੱਲ ਜਾਂਦਾ ਹੈ ਤੇ ਉਸ ਰਸ ਦੇ ਵਿੱਚ ਇੱਕ ਰੂਪਤਾ ਧਾਰਨ ਕਰ ਜਾਂਦਾ ਹੈ। ਕਾਰਨ ਕੀ ਹੈ? ਇਹਦਾ ਕਾਰਨ ਸਾਧ ਸੰਗਤ ਜੀ ਇਹ ਹੈ ਵੀ ਜਿੰਨਾ ਵੀ ਕੁਝ ਇਹ ਪਸਾਰਾ ਕੁਦਰਤ ਦਾ ਦਿਖਾਈ ਦੇ ਰਿਹਾ ਹੈ, ਇਹਦਾ ਮਤਲਬ ਇਹਦੇ ਵਿੱਚ ਕੋਈ ਐਸਾ ਤੱਤ ਹੈ, ਐਸੀ ਖਿੱਚ ਹੈ, ਕੋਈ ਇਹੋ ਜਿਹਾ ਪਰਮ ਸੱਚ ਇਹਦੇ ਵਿੱਚ ਵਰਤ ਰਿਹਾ ਜੋ ਇਨਸਾਨ ਦੇ ਅੰਦਰਲੇ ਸੱਚ ਨਾਲ ਇੱਕ ਸੁਰ ਹੈ। ਧਾਤ ਮਿਲੈ ਫੁਣ ਧਾਤ ਕੋ। ਇਨਸਾਨ ਵੀ ਇੰਨੇ ਹੀ ਤੱਤਾਂ ਦਾ ਬਣਿਆ ਜੋ ਤੱਤਾਂ ਦਾ ਇਹ ਪਸਾਰਾ ਬਣਿਆ। ਇਹਨਾਂ ਤੱਤਾਂ ਨੂੰ ਚਲਾਉਣ ਵਾਲੀ ਜਿਹੜੀ ਪਰਮ ਸੱਤਿਆ ਹੈ, ਉਹੀ ਪਰਮ ਸੱਤਿਆ ਇਨਸਾਨ ਨੂੰ ਚਲਾਉਣ ਵਾਲੀ ਹੈ, ਜਿਸ ਦੇ ਬਾਰੇ ਗੁਰਬਾਣੀ ਦੇ ਵਿੱਚ ਵਚਨ ਲਿਖਿਆ। ਸੱਚੇ ਪਾਤਸ਼ਾਹ ਪਹਿਲੇ ਪਾਤਸ਼ਾਹ ਦਾ ਵਚਨ ਹੈ ਕਿ ਜੇ ਤੁਸੀਂ ਪੁੱਛਦੇ ਹੋ ਇਹ ਸਾਰਾ ਪਸਾਰਾ ਕੀ ਹੈ, ਸਾਹਿਬ ਜੀ ਫਰਮਾਉਂਦੇ ਨੇ ਸਭ ਤੋਂ ਪਹਿਲਾਂ ਤਾਂ ਇੱਕ ਪਰਮ ਸੱਚ ਹੈ। ਪਰਮ ਸੱਚ ਹੈ ਜਿਹਨੂੰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਇੱਕ ਓਂਕਾਰ, ਕੋਈ ਨਾਮ ਦੇ ਸਕਦੇ ਹਾਂ। ਉਸ ਪਰਮ ਸੱਚ ਦੇ ਵਿੱਚੋਂ ਹੀ ਇਹ ਕੁਦਰਤ ਦਾ, ਬ੍ਰਹਿਮੰਡ ਦਾ, ਜਗਤ ਦਾ ਪਸਾਰਾ ਹੁੰਦਾ। ਇਹ ਜਗਤ ਦਾ ਪਸਾਰਾ ਕਰਕੇ ਉਹ ਪਰਮ ਸੱਚ ਇਹਦੇ ਨਾਲ ਹੀ ਇੱਕ ਰੂਪ ਹੈ, ਵੱਖਰਾ ਨਹੀਂ ਹੈ, ਇਹਦੇ ਵਿੱਚ ਹੀ ਹੈ। ਇਹ ਸਾਰੇ ਕਾਸੇ ਦੇ ਵਿੱਚ ਉਹ ਪਰਮ ਸੱਤਿਆ ਵਿਰਾਜਮਾਨ ਹੈ। ਉਹੀ ਪਰਮ ਸੱਚ ਇਨਸਾਨ ਦੇ ਅੰਦਰ ਵੀ ਵਿਰਾਜਮਾਨ ਹੈ। ਤੇ ਜਿਹੜੀ ਇਨਸਾਨ ਦੀ ਕੌਨਸ਼ੀਅਸਨੈਸ ਹੈ, ਇਹਦੀ ਅੰਦਰਲੀ ਚੇਤਨਾ ਹੈ, ਉਹ ਕੁਦਰਤ ਦੇ ਮਹਾਨ ਪਸਾਰੇ ਦੇ ਵਿੱਚੋਂ ਖਿੱਚ ਮਹਿਸੂਸ ਕਰਦੀ ਹੈ। ਸੋਹਣਾ ਲੱਗਦਾ, ਆਨੰਦ ਦਿੰਦਾ ਹੈ, ਰਸ ਦਿੰਦਾ ਹੈ। ਤੇ ਜਿਹਨੂੰ ਇਹ ਗੱਲ ਸਮਝ ਆ ਗਈ ਉਹਨੂੰ ਇੱਕ ਓਂਕਾਰ ਦੀ ਸਮਝ ਆ ਜਾਂਦੀ ਹੈ। ਜਿਹਨੂੰ ਇਹ ਗੱਲ ਸਮਝ ਆ ਗਈ ਉਹਦੇ ਮਨ ਦੇ ਵਿੱਚੋਂ ਵੰਡੀਆਂ ਚੁੱਕੀਆਂ ਜਾਂਦੀਆਂ ਨੇ, ਕਿਹੜਾ ਕਿਹੜੀ ਜਾਤ ਦਾ, ਕਿਹੜਾ ਕਿਹੜੇ ਵਰਨ ਦਾ। ਨਹੀਂ, ਕੁਦਰਤ ਕੇ ਸਭ ਬੰਦੇ। ਜਿਹਨੂੰ ਇਹ ਗੱਲ ਸਮਝ ਆ ਗਈ ਉਹਨੂੰ ਪਤਾ ਲੱਗ ਗਿਆ ਵੀ ਸਾਰਿਆਂ ਦਾ ਧਰਮ ਇੱਕੋ ਹੀ ਹੈ, ਇੱਕੋ ਧਰਮ ਦ੍ਰਿੜਾ ਹੈ, ਸੱਚ ਕੋਈ। ਉਹੀ ਰੱਬੀ ਅਸੂਲ ਸਾਰਿਆਂ ਤੇ ਲਾਗੂ ਹੋ ਰਹੇ ਨੇ। ਦਵੈਤ ਨਿਕਲ ਗਈ। ਜਿਹਨੂੰ ਇਹ ਗੱਲ ਸਮਝ ਆ ਗਈ ਉਹਦੇ ਅੰਦਰੋਂ ਭਰਮ ਨਿਕਲ ਗਏ, ਸਾਰੇ ਵਹਿਮ ਨਿਕਲ ਗਏ। ਤੋ ਇਹ ਗੱਲ ਨੂੰ ਸਮਝਣ ਲਈ, ਇਸ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਉਣ ਲਈ ਤੇ ਆਪਣੇ ਜੀਵਨ ਇਹੋ ਜਿਹੇ ਆਨੰਦ ਤੇ ਰਸ ਵਿੱਚ ਲੈ ਕੇ ਜਾਣ ਲਈ ਗੁਰੂ ਸਾਹਿਬ ਨੇ ਕੀ ਕੀਤਾ? ਸਿੱਖ ਦਾ ਜੀਵਨ ਇੱਕੋ ਪਰਮ ਰਸ ਦੇ ਵਿੱਚ ਜਾਵੇ
ਇਹਦੇ ਲਈ ਸਤਿਗੁਰੂ ਜੀ ਨੇ ਕੀ ਬਖਸ਼ਿਸ਼ ਕੀਤੀ। ਪਹਿਲੇ ਸਮਿਆਂ ਦੇ ਵਿੱਚ ਹੁੰਦਾ ਸੀ ਕਿ ਜੇ ਤੁਸੀਂ ਉਸ ਪਰਮ ਸੱਤਿਆ ਨੂੰ, ਉਸ ਆਨੰਦ ਨੂੰ ਜਾਣਨਾ, ਮੰਨਣਾ, ਤਾਂ ਤੁਹਾਨੂੰ ਘਰ ਪਰਿਵਾਰ ਛੱਡ ਕੇ ਬੜਾ ਦੂਰ ਕਿਤੇ ਸਮਾਧੀਆਂ ਲਾਉਣੀਆਂ, ਅਭਿਆਸ ਕਰਨੇ, ਤਪੱਸਿਆ ਕਰਨੀ, ਬਹੁਤ ਕੁਝ ਕੀਤਾ ਜਾਂਦਾ। ਪਰ ਸਾਡੇ ਸਤਿਗੁਰੂ ਨੇ ਤਾਂ ਸਾਡੇ ਲੋਕ ਸੁਖੀਏ ਪਰਲੋਕ ਸੁਹੇਲੇ ਕੀਤੇ ਨੇ। ਗੁਰੂ ਨੇ ਤਾਂ ਰਸਤਾ ਸੌਖਾ ਕਰ ਦਿੱਤਾ ਹੈ। ਤੇ ਗੁਰੂ ਨੇ ਫਿਰ ਕੀ ਕੀਤਾ? ਸਤਿਗੁਰੂ ਸਾਹਿਬਾਨ ਜੀ ਨੇ ਸਿੱਖ ਦੀ ਝੋਲੀ ਦੇ ਵਿੱਚ ਅੰਮ੍ਰਿਤ ਵੇਲੇ ਦੀ ਦਾਤ ਪਾਈ ਹੈ। ਅੰਮ੍ਰਿਤ ਵੇਲੇ ਦੀ ਦਾਤ ਪਾਈ ਹੈ। ਤੂੰ ਜੇ ਅੰਮ੍ਰਿਤ ਵੇਲਾ ਸੰਭਾਲਣਾ ਸਿੱਖ ਜਾਵੇ ਤਾਂ ਤੂੰ ਉਹ ਪਰਮ ਸੱਚ ਨੂੰ ਜਾਣਨ ਲੱਗ ਜਾਏਗਾ। ਜਾਣਨਾ ਨਹੀਂ, ਉਹਨੂੰ ਮੰਨਣ ਲੱਗ ਜਾਏਗਾ। ਉਸ ਉਹ ਚੀਜ਼ ਤੇਰੇ ਜੀਵਨ 'ਚ ਆ ਜਾਏਗੀ। ਉਸ ਅੰਮ੍ਰਿਤ ਵੇਲੇ ਦਾ ਜ਼ਿਕਰ ਅੱਜ ਦੇ ਬਚਨਾਂ 'ਚ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤਾ, ਜੋ ਸਿੱਖੀ ਦਾ ਇੱਕ ਸਿਧਾਂਤ ਹੈ। ਸਿੱਖ ਦੇ ਜੀਵਨ ਦੇ ਵਿੱਚੋਂ, ਗੁਰੂ ਘਰਾਂ ਦੀ ਮਰਿਆਦਾ ਦੇ ਵਿੱਚੋਂ ਜੇ ਅੰਮ੍ਰਿਤ ਵੇਲੇ ਨੂੰ ਅਸੀਂ ਕੱਢ ਦਈਏ ਤਾਂ ਸਿੱਖ ਦੇ ਜੀਵਨ ਦੀ, ਗੁਰੂ ਦੇ ਇਤਿਹਾਸ ਦੀ, ਸਿੱਖ ਫਿਲਾਸਫੀ ਦੀ ਸਮਝ ਲਓ ਵੀ ਰੂਹ ਕੱਢ ਦਿੱਤੀ ਜਾਏਗੀ ਵਿੱਚੋਂ। ਇਸ ਤਰ੍ਹਾਂ ਦਾ ਰਹਿ ਜਾਏਗਾ ਪਿੱਛੇ। ਕਿਸੇ 'ਚੋਂ ਰੂਹ ਕੱਢ ਦਿੱਤੀ ਜਾਏ, ਪਿੱਛੇ ਕੀ ਰਹਿ ਜਾਂਦਾ ਹੈ? ਥੋਥੀਆਂ ਗੱਲਾਂ ਰਹਿ ਜਾਂਦੀਆਂ। ਤੋ ਇਸ ਅੰਮ੍ਰਿਤ ਵੇਲੇ ਦੇ ਸੰਕਲਪ ਨੂੰ ਸਤਿਗੁਰੂ ਜੀ ਨੇ ਕਿਵੇਂ ਲਾਗੂ ਕੀਤਾ, ਕਿਵੇਂ ਆਪਣੇ ਜੀਵਨ 'ਚ ਧਾਰਨ ਕੀਤਾ? ਇਸ ਅੰਮ੍ਰਿਤ ਵੇਲੇ ਨੂੰ ਸਿੱਖ ਧਰਮ ਦੇ ਵਿੱਚ ਕਿਸ ਰੂਪ ਦੇ ਵਿੱਚ ਜਾਣਿਆ ਤੇ ਮਾਣਿਆ ਜਾਂਦਾ ਹੈ, ਇਹ ਅੱਜ ਦੀ ਆਪਣੀ ਵਿਚਾਰ ਦਾ ਵਿਸ਼ਾ ਜੋ ਅੱਜ ਦੇ ਅੰਮ੍ਰਿਤ ਬਚਨਾਂ 'ਚ ਗੁਰੂ ਨੇ ਬਖਸ਼ਿਆ। ਸਭ ਤੋਂ ਪਹਿਲਾਂ ਸਤਿਗੁਰੂ ਜੀ ਦੇ ਬਚਨ ਨੇ। ਸ਼ਲੋਕ ਮਹਲਾ ਪੰਜਵਾਂ, ਪੰਜਵੇਂ ਮਹਿਲ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਨੇ, ਚਿੜੀ ਚੁਹਕੀ ਪਹੁ ਫੁੱਟੀ ਬੱਗਣ ਬਹੁਤ ਤਰੰਗ। ਚਿੜੀ ਦਾ ਚਹਿਕਣਾ ਤੇ ਸਵੇਰ ਦੇ ਵੇਲੇ ਪਹੁ ਫਟਾਲਾ ਹੋਣਾ, ਹਵਾ ਦੀਆਂ ਤਰੰਗਾਂ ਦਾ ਵਗਣਾ। ਇਹ ਹੈ ਕੁਦਰਤ ਦਾ ਮਾਹੌਲ ਜਿਹੜਾ ਇਨਸਾਨ ਦੇ ਮਨ ਨੂੰ ਖਿੱਚ ਪਾਉਂਦਾ। ਜਿਸ ਕੁਦਰਤ ਦੇ ਵਿੱਚੋਂ ਕਰਤੇ ਦੇ ਦਰਸ਼ਨ ਹੁੰਦੇ ਆ। ਕੁਦਰਤ ਕਰਕੇ ਵਸਿਆ ਸੋਈ, ਅਚਰਜ ਰੂਪ ਸੰਤਨ ਰਚੇ, ਨਾਨਕ ਨਾਮਹਿ ਰੰਗ। ਇਸ ਵੇਲੇ ਜਿਹੜਾ ਸੰਤ ਪੁਰਸ਼ ਹੈ, ਭਲੇ ਪੁਰਸ਼ ਨੇ, ਉਹਨਾਂ ਦੇ ਲਈ ਫਿਰ ਅਚਰਜ ਕੌਤਕ ਰੱਬ ਦੇ ਦਿਖਾਈ ਦਿੰਦੇ ਹੈ। ਇਸ ਕਰਕੇ ਨਾਨਕ ਜੀ ਦਾ ਨਾਮ ਲਾ ਕੇ ਗੁਰੂ ਸਾਹਿਬ ਫਰਮਾ ਰਹੇ ਨੇ, ਮੋਹਰ ਛਾਪ ਲਾ ਕੇ, ਨਾਮਹਿ ਰੰਗ। ਵਾਹਿਗੁਰੂ ਦੇ ਨਾਮ ਨਾਲ ਪਿਆਰ ਬਣਾਉਣ ਦਾ ਸਮਾਂ। ਅੰਮ੍ਰਿਤ ਵੇਲਾ ਸਿੱਖ ਦੇ ਜੀਵਨ ਦਾ ਇੱਕ ਜ਼ਰੂਰੀ ਹਿੱਸਾ ਹੈ। ਅੰਮ੍ਰਿਤ ਵੇਲੇ ਨੂੰ ਬਾਣੀ ਦੇ ਵਿੱਚ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਇਹ ਵਚਨ ਵੀ ਕਹੇ ਗਏ ਆ। ਅੰਮ੍ਰਿਤ ਵੇਲੇ ਬਾਰੇ ਅੱਜ ਦੇ ਵਚਨਾਂ 'ਚ ਪਹੁ ਫਟਾਰਾ ਵੀ ਕਿਹਾ ਗਿਆ ਹੈ। ਅੰਮ੍ਰਿਤ ਵੇਲੇ ਵੇਲੇ ਭਗਤ ਫਰੀਦ ਸਾਹਿਬ ਮਹਾਰਾਜ ਦੇ ਵਚਨਾਂ 'ਚ ਆਇਆ, ਫਰੀਦਾ ਪਿਛਲ ਰਾਤ ਨਾ ਜਾਗਿਓ, ਜੀਵੰਦੜੋ ਮੂੰਹੋਂ ਹੀ। ਪਿਛਲ ਰਾਤ 4 ਪਹਿਰ ਰਾਤ ਹੁੰਦੀ ਹੈ। ਸ਼ਾਮ ਦੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਪਹਿਲਾ ਪਹਿਰ, 9 ਤੋਂ ਲੈ ਕੇ 12 ਵਜੇ ਤੱਕ ਰਾਤ ਦੇ ਦੂਜਾ ਪਹਿਰ, ਰਾਤ ਦੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਤੀਜਾ ਪਹਿਰ, ਤੇ ਸਵੇਰੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਜਿਹੜਾ ਚੌਥਾ ਪਹਿਰ ਹੈ। ਭਗਤ ਫਰੀਦ ਸਾਹਿਬ ਕਹਿੰਦੇ, ਜੇ ਤੂੰ ਉਦੋਂ ਨਾ ਜਾਗਿਆ, ਜਿਉਂਦੇ ਜੀ ਮੁਰਦਾ ਹੈ, ਕਿਉਂਕਿ ਤੂੰ ਕੁਦਰਤ ਦੇ ਉਹ ਰਸ ਨੂੰ, ਆਨੰਦ ਨੂੰ ਨਹੀਂ ਮਾਣ ਸਕੇਗਾ। ਪਿਛਲ ਪਹਿਰ ਕਿਹਾ ਇਸ ਨੂੰ। ਤੇ ਹੁਣ ਇਸੇ ਗੱਲ ਨੂੰ ਗੁਰਬਾਣੀ ਦੇ ਵਿੱਚ ਇੱਦਾਂ ਵੀ ਲਿਖਿਆ, ਭਿੰਨੀ ਰਹਿਣੜੀਏ ਚਮਕਣ ਤਾਰੇ, ਜਾਗੈ ਸੰਤ ਜਨਾ ਮੇਰੇ RAM ਪਿਆਰੇ। ਭਿੰਨੀ ਰਹਿਣ ਰਾਤ ਦਾ ਵੇਲਾ ਹੈ, ਜਿਸ ਵੇਲੇ ਤੁਹਾਨੂੰ ਆਸਮਾਨ ਵਿੱਚ ਤਾਰੇ ਵੀ ਦਿਖਾਈ ਦੇ ਰਹੇ ਹੋਣ, ਉਹ ਸਮਾਂ। ਤੋ ਇੱਦਾਂ ਕਈ ਨਾਮ ਲਿਖੇ ਨੇ। ਗੁਰੂ ਰਾਮਦਾਸ ਪਾਤਸ਼ਾਹ ਨੇ ਰਹਿਤ ਲਿਖਦੇ ਹੋਏ ਬਚਨ ਕੀਤਾ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਇਹਨੂੰ ਭਲਕ ਸ਼ਬਦ ਵੀ ਵਰਤਿਆ ਹੈ, ਭਲਕ। ਤੋ ਅਨੇਕਾਂ ਨਾਮ ਨੇ। ਕਈ ਵਾਰੀ ਇਹਨਾਂ ਨਾਮਾਂ 'ਚ ਅਸੀਂ ਖੁੰਝ ਜਾਂਦੇ ਹਾਂ। ਇਹਨਾਂ ਨਾਵਾਂ ਦੇ ਕਰਕੇ ਕੋਈ ਕੰਟਰੋਵਰਸੀ ਸਾਡੇ ਸਾਹਮਣੇ ਲਿਆਂਦੀਆਂ ਜਾਂਦੀਆਂ ਨਹੀਂ। ਅਸਲ ਗੱਲ ਇਹ ਹੈ ਵੀ ਗੁਰਬਾਣੀ ਦੇ ਇਹਨਾਂ ਵੱਖ-ਵੱਖ ਨਾਵਾਂ ਤੋਂ ਇੱਕ ਸੇਧ ਮਿਲਦੀ ਹੈ ਕਿ ਗੁਰੂ ਸਾਹਿਬ ਜੀ ਪਹੁ ਫਟਾਲੇ ਵੇਲੇ ਨੂੰ, ਜਦੋਂ ਸੂਰਜ ਦੀ ਟਿੱਕੀ ਦਾ ਚੜ੍ਹਨਾ, ਉਸ ਵੇਲੇ ਤੋਂ ਰਹਿ ਕੇ ਰਾਤ ਦੇ ਤਾਰੇ ਚਮਕਣ ਵੇਲੇ ਤੱਕ ਦੇ ਸਮੇਂ ਨੂੰ ਕਹਿੰਦੇ ਨੇ ਵੀ ਇਹ ਉਹ ਸਮਾਂ ਜਿਸ ਸਮੇਂ ਮੇਰੇ ਸਿੱਖ ਨੇ ਜਾਗ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨਾਲ, ਪਰਮ ਸੱਤਿਆ ਨਾਲ ਜੁੜਨਾ ਹੈ। ਸਾਰੀ ਗੱਲ ਦਾ ਨਿਚੋੜ ਆਪਾਂ ਸਮੁੱਚਾ ਭਾਵ ਲੈਣਾ ਹੁੰਦਾ। ਦੇਖੋ ਹੁਣ ਇਸ ਵੇਲੇ ਕੀ ਗੁਰੂ ਸਾਹਿਬ ਦੇ ਆਪਣੇ ਜੀਵਨ 'ਚ ਵੀ ਸਾਨੂੰ ਇਹ ਗੱਲ ਦਾ ਪਤਾ ਲੱਗਦਾ ਹੈ
एक तो गुरबाणी का फिलोसफी का गल हो गई, सिद्धांत की गल हो गई, कि इतिहास नाल लै लो। जदों आप जी इतिहास पढ़ोगे, इतिहास में पता लगेगा कि गुरु नानक साहब खुद अंमृत वेले उठ के वेई नदी के कंढे ते जाके इशनान करके अकाल पुरख वाहिगुरू बेअंत परमेश्वर जी के सिमरन में जुड़ते सन। इस कोई दो राय वाली गल नहीं है। इस तरह गुरु अंगद साहब महाराज जी के जीवन के दर्शन होंगे कि सच्चे पातशाह जी अंमृत वेले की संभाल करते सन। गुरु अमरदास महाराज जी के जीवन च दर्शन होंगे हैं। गुरु अमरदास महाराज जी के जीवन की वड्डी सेवा है कि अंमृत वेले जल लिया के गुरु अंगद साहब को इशनान कराते सन। तो जेड़े आप सिखो कि गुरु को इशनान कराने की सेवा अंमृत वेले करते सन, जदों आप गुरता गद्दी ते विराजमान होने कि अंमृत वेला नहीं संभालते, वो भी अंमृत वेले की सांभ करते सन। गुरु रामदास पातशाह जी का देखो, आप जी अंमृत वेले की संभाल करते सन। गुरु अर्जन देव महाराज सच्चे पातशाह के दर्शन करो, आप जी ने अंमृत सरोवर बनाया। अंमृत बाणी के सोमे श्री गुरु ग्रंथ साहब महाराज जी के आत्म स्वरूप की रचना की। तो गुरु रामदास जी का बचन मेरे मन चों विसर गया सी। गुरु रामदास पातशाह ने रहत लिखी, गुर सतगुर का जो सिख अखाए, सो भल के उठ हर नाम ध्यावै। उद्यम करे भल के प्रभाते इशनान करे, अमृत सर नहावै। भाई इशनान फिजिकली करना तो अमृत के सरोवर च नहाउणा भल के उठ के। तो गुरु अर्जन देव जी के बचन आप अज के श्लोक च पढ़ ही रहे हाँ, चिड़ी चौकी पौ फुटी बगन बहुत रंग। तो इस तरह गुरु साहिबान जी ने दसों पातशाहियां ने दसों पातशाहियां दे वेले जिन्ने भी सिख होया उन्हां दा जीवन, तो उदों बाद जिहड़े सिख होया उन्हां दा जीवन जदों पढ़ांगे, ईवन अपने बजुर्गों के जीवन च भी जदों निगाह मारांगे, उन्हां दे जीवन का एक बड़ा वड्डा गुण सी कि अमृत वेले की संभाल करते सन। अमृत वेले की संभाल करके वह वाहिगुरू जी का नाम जपते बाणी पढ़ते सन। तो ये क्यों गुरु साहब ने समा रखा, उसका कारण है गुरमुखो। कारण तो बहुत ने, आप थोड़ा जा संखेप चल रहे हाँ। पहला कारण यह है कि जिहड़े महात्मा साधु भले पुरुष होंदे है, वो जो भगती करते हैं मन के टिकाऊ की लोड़ होती है। कोई भी काम जो तुसी सीखना दुनियावी तौर पर, संसारिक तौर पर तुसी कोई भी काम सीखना, उदों तुहाडे मन की एकाग्रता की लोड़ है। बच्चे स्कूल च स्टडी करते हैं, उन्होंने एग्जाम होंगे है, परिवार च उन्होंने माहौल दिता जाता है तां जो बच्चा पढ़ सके। कोई भी किसी एग्जाम देना तो वो एक माहौल बनाया जाता भी बच्चा तैयारी कर सके। किसी भी काम के लिए एक माहौल बनाया जाता तां जो उस काम के कामयाबी हो सके। कई बार कई लोग अपने घरों के तैयारी करते, उन्होंने कहते नहीं कोई ना कोई इंस्टीट्यूट ज्वाइन करो, तां जो तुसी उत्थे जाओगे अपने उन्होंने क्लासमेट्स नूं मिलोगे, तुहानूं वो माहौल मिलेगा, तुसी उह च ज़्यादा सीख सकोगे माहौल दे विच। तो इदां ये संसार च असीं देखते हैं, किसी कोल कोई काम सीखना है, जदों कोई काम सीखीदा है तो उस वेले तुसी ईवन कि ड्राइविंग भी जदों सीखते आ तो गड्डी नूं किन्ना एकाग्रता नाल चलाउणा पैंदा है। जदों सीख गए फिर तुसी चलाउण दे नाल नाल कुछ होर भी कर सकते हैं। इदां ही कोई भी बंदा जदों कोई काम करना सीखता है तो बड़ी ध्यान की लोड़ होंदी है। इदां ही जदों आत्मक मार्ग ते चलना है तो तुहानूं वो एकाग्रता चाहिदी है जिहड़ी तुहानूं आत्मक मंजिलां ते उचाइयां तक लैके जाए। वो चीज़ का तुसीं रस मान सको कि हाँ ये गल कोई है। उहदे लई फिर गुरु साहब ने कहा भी देखो मैं अपने सिखां नूं घर बार त्यागण वाले फकीर तां बनाउणा नहीं, मेरे सिख गृहस्थी होणगे। सतगुरु जी आप गृहस्थी सन। फिर महाराज जी साडा काम किवें चलेगा? गुरु कहंदे मेरा सिख की करेगा? वो दुनिया के जंजालों तो भजेगा नहीं, बल्कि दुनिया दे विच रहिंदे होए ही उस समय दे विचों समा कढ के ना अमृत वेला संभालेगा। कुदरती तौर के उपर इहो जिहा माहौल हुंदा है, समा हुंदा है जदों तुहाडा ध्यान परमात्मा च अकाल पुरख च बाणी च जुड़ सकदा है। तो रब की रची हुई रचना च माहौल ही ऐसा हुंदा भी कुदरती है भी वो समा जिहड़ा है एक अध्यात्मकता के नाल जुड़िया होया। सारे धर्मां च इस समय नूं बहुत चंगा मन्निया जांदा, वख-वख नाम वख-वख धर्मां च लए जांदे आ। तो इस करके गुरु साहब ने साडा जिहड़ा बाहर मुखी भज दौड़ सी कि किते विशेष तौर पर जाके भगती कीती जाए विशेष थां ते, गुरु साहब ने वो साडे लई खत्म करके कह दिता तुसीं संगत विच जाओ, अमृत वेला सांभो, तुहाडा उहदे च भला हो जाएगा। भाई गुरदास जी ने इहदी व्याख्या बहुत सोहनी कीती।
ਭਾਈ ਗੁਰਦਾਸ ਜੀ ਕਹਿੰਦੇ ਹਨ, ਜੈਸੇ ਬੋਝ ਭਰੀ ਨਾਵ ਅੰਗਰੀ ਦੋਏ ਬਾਹਰ ਹੋਏ, ਪਾਰ ਪਰੈ ਪੂਰ ਸਭੇ ਕੁਸ਼ਲ ਬਿਹਾਤ ਹੈ। ਕਹਿੰਦੇ ਜਿਵੇਂ ਕਿਸ਼ਤੀ ਦੇ ਵਿੱਚ ਬਹੁਤ ਲੋਕੀ ਬਹਿ ਜਾਂਦੇ ਆ, ਵਜਨ ਦੇ ਨਾਲ ਕਿਸ਼ਤੀ ਪਾਣੀ ਦੇ ਵਿੱਚ ਦਬ ਜਾਂਦੀ ਹੈ, ਪਰ 2-2 4-4 ਉਂਗਲ ਬਾਹਰ ਹੁੰਦੀ ਆ, ਉਹ ਸਾਰਿਆਂ ਨੂੰ ਪਾਰ ਕਰਾ ਕੇ ਲੈ ਜਾਂਦੀ ਹੈ। ਥੋੜ੍ਹਾ ਜਿਹਾ ਬਾਹਰ ਹੋਣਾ ਹੀ ਪਾਰ ਕਰਾ ਕੇ ਲੈ ਜਾਂਦਾ ਹੈ। ਜਿਵੇਂ ਇੱਕ ਸਮੇਂ ਇਨਸਾਨ ਜਾ ਕੇ ਲੰਗਰ ਦੇ ਵਿੱਚ, ਰਸੋਈ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਤਸੱਲੀ ਨਾਲ ਛਕ ਲੈਂਦਾ ਹੈ, ਫਿਰ ਉਹ ਕਹਿੰਦਾ ਵੀ ਹੁਣ ਨਹੀਂ ਭੁੱਖ ਲੱਗਣੀ, ਹੁਣ ਆਨੰਦ ਬਣ ਗਿਆ, ਰਸ ਬਣ ਗਿਆ, ਸਾਰਾ ਦਿਨ ਐਨ ਤ੍ਰਿਪਤ ਰਹਿੰਦਾ। ਜਿਵੇਂ ਕੋਈ ਰਾਜੇ ਮਹਾਰਾਜੇ ਕੋਲੇ ਜਾ ਕੇ ਥੋੜ੍ਹਾ ਸਮਾਂ ਕੋਈ ਆਪਣੀ ਸਮੱਸਿਆ ਦੱਸੇ ਕਿ ਮਹਾਰਾਜ ਮੈਨੂੰ ਆਹ ਸਮੱਸਿਆ ਹੈ, ਤੁਸੀਂ ਸਮਰੱਥ ਹੋ, ਤੁਹਾਡੇ ਕੋਲ ਆ ਦੌਲਤ ਹੈ ਜਾਂ ਸਾਧਨ ਨੇ, ਜੇ ਤੁਸੀਂ ਮੇਰੀ ਮਦਦ ਕਰ ਦਿਓ। ਕਿਤੇ ਰਾਜਾ ਕਹਦੇ ਤੇਰੀ ਮਦਦ ਕੀਤੀ, ਉਹਦੀ ਰਾਜੇ ਦੀ ਥੋੜ੍ਹਾ ਜਿਹਾ ਮਦਦ ਕੀਤੀ ਕਹਿਣ ਨਾਲ ਬੰਦੇ ਦੇ ਸਾਲਾਂ ਦੇ ਰੋਣੇ ਧੋਣੇ ਧੋਏ ਜਾਂਦੇ ਆ। ਇੱਦਾਂ ਹੀ ਭਾਈ ਗੁਰਦਾਸ ਜੀ ਕਹਿੰਦੇ ਹੈ, 8 ਹੀ ਪਹਿਰ 60 ਘੜੀ ਮੈਂ ਜੋ ਏਕ ਘੜੀ। 8 ਪਹਿਰ ਹੈ, 4 ਪਹਿਰ ਦਿਨ ਦੇ, 4 ਪਹਿਰ ਰਾਤ ਦੇ, 60 ਘੜੀਆਂ ਬਣ ਜਾਂਦੀਆਂ ਨੇ, 24 ਮਿੰਟ ਦੀ ਇੱਕ ਘੜੀ ਹੁੰਦੀ ਹੈ। 8 ਹੀ ਪਹਿਰ 60 ਘੜੀ ਮੈਂ ਜੋ ਏਕ ਘੜੀ, ਸਾਧਨ ਸਮਾਗਮ ਕਰੇ ਨਿਜ ਘਰ ਜਾਤ ਹੈ। ਕਿਤੇ ਇੱਕ ਘੜੀ ਵੀ ਤੁਸੀਂ ਵਾਹਿਗੁਰੂ ਜੀ ਦੇ ਨਾਮ ਨਾਲ ਜੁੜ ਗਏ ਨਾ, ਤੁਹਾਡਾ ਭਲਾ ਹੋ ਜਾਣਾ ਹੈ, ਤੁਹਾਡੀ ਸੁਰਤ ਨੂੰ ਟਿਕਾ ਜਾਣਾ। ਜਿਵੇਂ ਅੱਜ ਕੱਲ੍ਹ ਬਹੁਤ ਮੈਡੀਟੇਸ਼ਨ ਕਰਦੇ ਆ, ਕੋਈ ਯੋਗਾ ਕਰਦਾ, ਕੋਈ ਹੋਰ ਥੈਰੇਪੀਜ਼ ਦਿੱਤੀਆਂ ਜਾਂਦੀਆਂ, ਉਹ 'ਚ ਬੜਾ ਜ਼ੋਰ ਦਿੱਤਾ ਜਾਂਦਾ ਕਿ ਇਕਾਂਤ ਹੋ, ਸ਼ਾਂਤ ਹੋ, ਵਿਪਾਸਨਾ ਕੀਤੀ ਜਾਂਦੀ, ਸਵਾਸਾਂ ਦੀ ਸਾਧਨਾ ਕੀਤੀ ਜਾਂਦੀ। ਸਿੱਖ ਦੇ ਲਈ ਗੁਰੂ ਨੇ ਪਹਿਲਾਂ ਹੀ ਬਖਸ਼ ਦਿੱਤਾ ਅੰਮ੍ਰਿਤ ਵੇਲਾ। ਇਹਨੂੰ ਸਾਧ, ਜਿਹੜਾ ਸਾਧ ਲਏਗਾ ਉਹ ਆਪਣੇ ਪੂਰੇ ਜੀਵਨ ਨੂੰ ਸਾਧ ਲਏਗਾ। ਤੋ ਘਰ ਪਰਿਵਾਰ ਛੱਡ ਕੇ ਜਾਣ ਦੀ ਲੋੜ ਨਹੀਂ। ਗੁਰੂ ਕਹਿੰਦੇ ਮੇਰਾ ਸਿੱਖ ਇਸ ਤਰੀਕੇ ਦੇ ਨਾਲ, ਉਹ ਸਿਪਾਹੀ ਵੀ ਹੈ, ਦੁਨੀਆ ਦੀਆਂ ਡਿਊਟੀਆਂ ਨਿਭਾਉਂਦੇ ਹੋਏ, ਉਹ ਸੰਤ ਵੀ ਹੈ, ਅੰਮ੍ਰਿਤ ਵੇਲਾ ਸਮਝੇਗਾ। ਹੁਣ ਦੂਜਾ ਕਾਰਨ ਅੰਮ੍ਰਿਤ ਵੇਲਾ ਦੇਣ ਦਾ ਇਹ ਸੀ ਕਿ ਸਤਿਗੁਰੂ ਜੀ ਨੇ ਕਿਹਾ ਕਿ ਜੇ ਮੈਂ ਤੁਹਾਨੂੰ ਕਹਿਣਾ ਵੀ ਤੁਸੀਂ ਭਗਤੀ ਕਰੋ, ਉੱਧਰੋਂ ਤੁਹਾਡੇ ਦੁਨੀਆ ਦੇ ਕੰਮਾਂ ਦਾ ਸਮਾਂ, ਕਦੋਂ ਤੁਸੀਂ ਭਗਤੀ ਕਰੋਗੇ? ਭਗਤੀ ਨਹੀਂ ਕਰ ਸਕੋਗੇ। ਦੁਨੀਆ ਦਾ ਕੰਮ ਆ, ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਆ, ਪੰਜਾਬ ਦੇ ਵਿੱਚ ਖਾਸ ਤੌਰ 'ਤੇ ਪਸ਼ੂ ਡੰਗਰ ਸੰਭਾਲਣੇ, ਖੇਤੀ ਕਰਨੀ, ਤਾਂ ਸਵੇਰੇ ਸਵੇਰੇ ਅੰਦਰ ਬੰਨੇ ਹੋਏ ਪਸ਼ੂ ਡੰਗਰਾਂ ਨੂੰ ਬਾਹਰ ਕੱਢਣਾ, ਉਹਨਾਂ ਲਈ ਸੰਨੀ ਕਰਨੀ, ਗਦਾਵਾ ਕਰਨਾ, ਕੱਖ ਕੰਡਾ ਪਾਉਣਾ, ਅਤੇ ਫਿਰ ਧਾਰਾਂ ਕੱਢਣੀਆਂ, ਉਸ ਤੋਂ ਦਿਨ ਚੜ੍ਹੇ ਤੱਕ ਗੋਹਾ ਚੱਕਣਾ, ਫਿਰ ਉਹ ਸਾਰੀ ਸੰਭਾਲ ਕਰਨੀ, ਫਿਰ ਪਸ਼ੂਆਂ ਨੂੰ ਬਾਹਰ ਖੇਤਾਂ 'ਚ ਲੈ ਜਾਣਾ ਚਰਨ ਲਈ ਜਾਂ ਖੁੱਲ੍ਹੀ ਥਾਂ 'ਤੇ ਬੰਨ੍ਹ ਦੇਣਾ। ਸਾਰਾ ਦਿਨ ਇਹ ਕੰਮ ਨਹੀਂ ਮੁੱਕਦਾ ਹੈ। ਬੀਬੀਆਂ ਭੈਣਾਂ ਵੀ ਕਰਦੀਆਂ ਅਤੇ ਆਪਣੇ ਪਰਿਵਾਰ ਦਾ ਰੋਟੀ ਪਾਣੀ ਦਾ ਕੰਮ ਕਰਨਾ। ਜਿਹੜਾ ਜੋਬ 'ਤੇ ਜਾਣ ਵਾਲਾ ਹੈ, ਉਹਨੇ ਆਪਣੀ ਜੋਬ ਦਾ ਦੇਖਣਾ, ਸਵੇਰੇ ਉੱਠਣਾ, ਤਿਆਰ ਹੋਣਾ ਅਤੇ ਆਪਣੇ ਕੰਮ ਕਾਰ ਲਈ ਜਾਣਾ। ਬੱਚਿਆਂ ਨੇ ਸਕੂਲ ਜਾਣਾ, ਬੀਬੀਆਂ ਭੈਣਾਂ ਨੇ ਜਿਹੜੀਆਂ ਜੋਬ ਕਰਦੀਆਂ, ਉਹਨਾਂ ਨੇ ਜੋਬ ਦੀ ਤਿਆਰੀ ਕਰਨੀ, ਘਰ ਵੀ ਸਾਂਭਣਾ। ਬਾਕੀ ਭੈਣਾਂ ਨੇ ਰੋਟੀ ਪਾਣੀ ਦਾ ਕੰਮ ਕਰਕੇ, ਬੱਚਿਆਂ ਨੂੰ ਸਕੂਲ ਤੋਰ ਕੇ, ਘਰਦਿਆਂ ਨੂੰ ਜੋਬ 'ਤੇ ਭੇਜ ਕੇ, ਪਿੱਛੋਂ ਸਾਰੇ ਘਰ ਦੀ ਸਾਫ਼ ਸਫਾਈ ਕਰਨੀ, ਭਾਂਡੇ ਮਾਂਜਣੇ, ਸਾਰੇ ਕੰਮ ਸੰਭਾਲਣੇ। ਕਿੱਥੋਂ ਸਮਾਂ ਮਿਲੇਗਾ ਨਾਮ ਜਪਣ ਦਾ? ਕਿੱਥੋਂ ਸਮਾਂ ਮਿਲੇਗਾ ਇਕਾਗਰ ਹੋਣ ਦਾ? ਤਾਂ ਗੁਰੂ ਸਾਹਿਬ ਨੇ ਸਾਨੂੰ ਇਹ ਦੱਸਿਆ, ਇਨਸਾਨ ਜਿਹੜਾ ਹੈ, ਚਾਹੇ ਆਪ ਜੀ ਸੰਗਤ ਪਿਆਰ ਨਾਲ ਸਰਵਣ ਕਰ ਰਹੇ ਹੋ, ਚਾਹੇ ਦਾਸ ਹੈ, ਕੋਈ ਵੀ ਇਨਸਾਨ ਹੈ, ਮਨੁੱਖ ਹੈ ਨਾ, ਉਹ ਇੱਕ ਆਦਤਾਂ ਦਾ, ਉਹਦਾ ਜੀਵਨ ਕੀ ਹੈ, ਇੱਕ ਆਦਤਾਂ ਦਾ ਸੰਗ੍ਰਹਿ ਹੈ, ਜੁੱਝ ਹੈ ਇੱਕ ਆਤਮਾ ਦਾ। ਆਦਤਾਂ ਨਹੀਂ ਹੁੰਦੀਆਂ ਆਪਣੀਆਂ, ਹੈਬਿਟਸ, ਕਲੈਕਸ਼ਨ ਆਫ ਹੈਬਿਟਸ ਆ ਆਪਣੀ। ਜੀਵਨ ਕੀ ਹੈ, ਆਪਣਾ ਲਾਈਫ ਸਟਾਈਲ ਕੀ ਹੈ, ਕਲੈਕਸ਼ਨ ਆਫ ਹੈਬਿਟਸ ਹੈ। ਸਾਡੀਆਂ ਆਦਤਾਂ ਨੇ, ਅਸੀਂ ਡੇਲੀ ਰੂਟੀਨ 'ਚ ਉਹ ਕੰਮ ਕਰਦੇ ਜਾਂਦੇ। ਤਾਂ ਗੁਰੂ ਸਾਹਿਬ ਨੇ ਕੀ ਕੀਤਾ ਕਿ ਸਿੱਖ ਜੇ ਅੰਮ੍ਰਿਤ ਵੇਲੇ ਨੂੰ ਪੱਕਾ ਕਰ ਲਏਗਾ, ਕੋਈ ਵੀ ਕੰਮ ਜਦੋਂ ਤੁਸੀਂ ਰਿਪੀਟ ਕਰਦੇ ਹੋ, ਰੈਪੀਟੇਸ਼ਨ ਤੁਹਾਡੇ ਜੀਵਨ ਦੀ ਆਦਤ ਬਣ ਜਾਂਦੀ ਹੈ। ਈਵਨ ਕਿ ਇਹ ਵੀ ਗੱਲ ਹੁਣ ਤਾਂ ਸਾਰਿਆਂ ਨੂੰ ਪਤਾ ਹੈ, ਅੱਜ ਦੀ ਮਾਡਰਨ ਰਿਸਰਚ ਦੇ ਵਿੱਚ ਵੀ ਇਹ ਗੱਲ ਆ ਚੁੱਕੀ ਹੈ ਕਿ ਸਵੇਰੇ ਉੱਠ ਕੇ ਜਿੱਦਾਂ ਦੇ ਖਿਆਲ ਤੁਹਾਡੇ ਦਿਮਾਗ ਦੇ ਵਿੱਚ ਆਉਣਗੇ, ਉਹਨਾਂ ਦੀ ਰੈਪੀਟੇਸ਼ਨ ਸਾਰਾ ਦਿਨ ਹੋਈ ਜਾਣੀ ਹੈ। ਹੁਣ ਜਦੋਂ ਸਵੇਰੇ ਉੱਠ ਕੇ ਤੁਸੀਂ ਅੰਮ੍ਰਿਤ ਵੇਲਾ ਸੰਭਾਲਣ ਲੱਗ ਪਏ, ਬਾਣੀ ਨਾਲ ਜੁੜ ਗਏ, ਤੁਸੀਂ ਸਵੇਰੇ ਉੱਠ ਕੇ ਕਹਿਣਾ ਨਿਰਭਉ ਨਿਰਵੈਰ, ਇਹ ਤੁਹਾਡੇ ਮਨ 'ਚ ਆ ਗਿਆ। ਹੁਕਮ ਹੀ ਹੋਣ ਆਕਾਰ, ਹੁਕਮ ਨਾ ਕਹਿਆ ਜਾਏ, ਮਨ 'ਚ ਆ ਗਿਆ। ਭਾਖਿਆ ਭਾਉ ਪਾਰ, ਉਹਦੀ ਬੋਲੀ ਪ੍ਰੇਮ ਹੈ, ਮਨ 'ਚ ਆ ਗਿਆ। ਇਹ ਸਾਰੀ ਚੀਜ਼ਾਂ ਨੇ ਤੁਹਾਡੇ ਅੰਦਰ ਘਰ ਘਰ ਜਾਣਾ। ਜਾਂ ਪਾਠ ਕਰਦੇ ਕਰਦੇ, ਬੜਾ ਪ੍ਰਸਿੱਧ ਬਚਨ ਹੈ ਗੁਰੂ ਸਾਹਿਬ ਦਾ, ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਖੋਜਲੇ ਕੀਤੀ ਛੁੱਟੀ ਨਾਲ, ਜਾਂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਤੁਹਾਡੇ ਅੰਦਰ ਇਹ ਚੀਜ਼ਾਂ ਆ ਗਈਆਂ ਜਦੋਂ, ਉਹ ਤੁਹਾਡੀ ਰੂਟੀਨ 'ਚ ਆ ਜਾਣੀ। ਜਿਹੜੀ ਚੀਜ਼ ਸਵੇਰੇ ਸ਼ੁਰੂ ਕਰ ਲਈ, ਉਹ ਵਿਚਾਰ ਆਪਣੇ ਆਪ ਹੀ
ਦਿਨ ਦੇ ਵਿੱਚ ਵੀ ਮਨ ਨੂੰ ਕਈ ਵਾਰੀ ਟੱਚ ਕਰਦਾ। ਅੰਮ੍ਰਿਤ ਵੇਲਾ ਬਖਸ਼ਿਸ਼ ਕਰਨ ਦਾ ਗੁਰੂ ਦਾ ਇੱਕ ਕਾਰਨ ਇਹ ਵੀ ਹੈ, ਜਦੋਂ ਤੁਸੀਂ ਦੁਨੀਆ ਦਾ ਕੰਮ ਸ਼ੁਰੂ ਕਰੋ ਉਹ ਤੋਂ ਪਹਿਲਾਂ ਜੇ ਤੁਸੀਂ ਸਮਾਂ ਸੰਭਾਲ ਲਓਗੇ, ਉਹ ਹੀ ਸਮਾਂ ਤੁਹਾਨੂੰ ਅੱਗੇ ਦੀ ਅੱਗੇ ਉਹ ਵਿਚਾਰ ਤੁਹਾਡੇ ਦਿਨ 'ਚ ਰਿਪੀਟ ਹੁੰਦੇ ਜਾਣਗੇ। ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰਿ ਹਰਿ ਗਾਈਐ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਦੋਂ ਰਹਿਤ ਲਿਖੀ ਉਹਦੇ 'ਚ ਵੀ ਇਹੀ ਬਚਨ ਲਿਖਿਆ। ਪਹਿਲਾਂ ਬਚਨ ਲਿਖਿਆ ਵੀ ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉਠਾਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਲ। ਫਿਰ ਗੁਰੂ ਸਾਹਿਬ ਜੀ ਨੇ ਅੱਗੇ ਚੜ੍ਹੇ ਦਿਵਸ ਗੁਰਬਾਣੀ ਗਾਵੇ। ਦਿਨ ਚੜ੍ਹ ਗਿਆ, ਗੁਰਬਾਣੀ ਨੂੰ ਗਾ ਰਿਹਾ ਜਾਂ ਸੁਣ ਰਿਹਾ, ਬਹਿੰਦਿਆਂ ਉੱਠਦਿਆਂ ਹਰਿ ਨਾਮ ਧਿਆਵੇ। ਫਿਰ ਤੁਹਾਡੇ ਜੀਵਨ 'ਚ ਆ ਜਾਏਗਾ। ਤੁਹਾਨੂੰ ਉਹਦੇ ਲਈ ਕੋਈ ਵਿਸ਼ੇਸ਼ ਯਤਨ ਕਰਨ ਦੀ ਲੋੜ ਨਹੀਂ ਪਏਗੀ, ਉਹ ਆਪਣੇ ਆਪ ਹੀ ਤੁਹਾਡੇ ਜੀਵਨ 'ਚ ਆ ਜਾਏਗੀ ਉਹ ਚੀਜ਼। ਇਨਸਾਨ ਕੀ ਹੈ? ਇੱਕ ਆਦਤਾਂ ਦਾ, ਇੱਕ ਹੈਬਿਟਸ ਦੀ ਕਲੈਕਸ਼ਨ ਹੈ ਇਨਸਾਨ ਦਾ ਸੁਭਾਅ, ਜੋ ਨੇਚਰ ਹੈ। ਤੁਹਾਡੇ ਅੰਦਰ ਉਹ ਚੀਜ਼ ਗੁਰੂ ਨੇ ਪਾ ਦਿੱਤੀ। ਤੁਸੀਂ ਸਿਪਾਹੀ ਬਣ ਗਏ, ਯੋਧੇ ਬਣ ਗਏ। ਜਦੋਂ ਆਪਣੇ ਕੰਮ 'ਤੇ ਗਏ, ਆਪਣੀ ਡਿਊਟੀ ਕੀਤੀ, ਆਪਣੀ ਜੌਬ ਕੀਤੀ, ਆਪਣਾ ਬਿਜ਼ਨਸ ਕੀਤਾ, ਆਪਣਾ ਕੰਮ ਕੀਤਾ, ਤੁਸੀਂ ਸੰਤ ਬਣ ਗਏ। ਜਦੋਂ ਗੁਰੂ ਨਾਨਕ ਦਾ ਸੱਚੇ ਪਾਤਸ਼ਾਹ ਦਾ ਬਚਨ ਤੁਹਾਡੇ ਜੀਵਨ 'ਚ, ਜ਼ਿੰਦਗੀ 'ਚ ਨਾਲ ਨਾਲ ਚੱਲਦਾ ਗਿਆ। ਅੰਮ੍ਰਿਤ ਵੇਲਾ ਸਾਡੇ ਸਿੱਖ ਬਜ਼ੁਰਗਾਂ ਦਾ, ਸਾਡੇ ਆਪਣੇ ਬਜ਼ੁਰਗਾਂ ਦਾ ਇਤਿਹਾਸ ਦੇ ਵਿੱਚ ਗੁਰੂ ਸਾਹਿਬਾਨ ਜੀ ਦਾ ਇੱਕ ਬਹੁਤ ਵੱਡਾ ਇਹ ਜੀਵਨ ਦਾ ਪੱਖ ਰਿਹਾ। ਕੇਵਲ ਗੁਰੂ ਸਾਹਿਬਾਨ ਜੀ ਦਾ ਨਹੀਂ, ਬਾਬਾ ਕਬੀਰ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੋ। ਕਬੀਰ ਸਾਹਿਬ ਦੀ ਮਾਂ ਉਹਨਾਂ ਨੂੰ ਕੀ ਕਹਿੰਦੀ ਹੈ? ਨਿੱਤ ਉੱਠ ਕੋਰੀ ਗਾਗਰ ਆਣੈ। ਸਵੇਰੇ ਨਿੱਤ ਉੱਠ ਕੇ ਇਹ ਗਾਗਰ ਲੈ ਕੇ ਪਾਣੀ ਦੀ ਆ ਜਾਂਦਾ ਇਸ਼ਨਾਨ ਕਰਨ। ਇਟ ਮੀਨਸ ਕਿ ਬਾਬਾ ਜੀ ਕਬੀਰ ਸਾਹਿਬ ਮਹਾਰਾਜ ਜੀ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਸਨ। ਤੇ ਜਦੋਂ ਭਗਤ ਮਹਾਰਾਜ ਜੀ ਫਰੀਦ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹ ਲਓ। ਫਰੀਦ ਸਾਹਿਬ ਮਹਾਰਾਜ ਦਾ ਬਚਨ ਮੈਂ ਆਪ ਜੀ ਨਾਲ ਸਾਂਝਾ ਕੀਤਾ। ਇੱਕ ਬਚਨ ਹੋਰ ਵੀ ਸਾਂਝਾ ਕਰ ਲਿਆ। ਪਿਛਲ ਪਹਿਰ ਨਾ ਜਾਗਿਓ ਜਵਿੰਦੜੋ ਮਿਓ ਹੈ। ਜੇ ਤੂੰ ਜਿਉਂਦਾ ਹੈ ਸਮਝ ਲੈ ਆਤਮਿਕ ਤੌਰ 'ਤੇ ਮਰਿਆ ਹੋਇਆ, ਜੇ ਪਿਛਲਾ ਪਹਿਰ ਨਹੀਂ ਤੂੰ ਸੰਭਾਲ ਰਿਹਾ। ਪਰ ਨਾਲ ਇਹ ਵੀ ਲਿਖ ਦਿੱਤਾ, ਦਾਤੀ ਸਾਹਿਬ ਸੰਦੀਆਂ ਕਿਆ ਚੱਲੈ ਤਿਸ ਨਾਲ, ਇੱਕ ਜਾਗਾਂਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਪਹਿਲੇ ਪਹਿਰੇ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਾਗਨ ਲਹਨ ਸੇ ਸਾਈਂ ਕੰਨੋਂ ਦਾਤ। ਜਿਹੜੇ ਜਾਗਣਗੇ ਸਾਈਂ ਜੀ ਤੋਂ, ਰੱਬ ਜੀ ਤੋਂ ਦਾਤਾਂ ਲੈ ਲੈਣਗੇ, ਉਹਨਾਂ ਨੂੰ ਦਾਤਾਂ ਮਿਲ ਜਾਣਗੀਆਂ। ਫਰੀਦ ਸਾਹਿਬ ਦਾ ਸਲੋਕ ਹੈ। ਪਰ ਵਿੱਚ ਨਾਲ ਹੀ ਮਹਿਲੇ ਤੀਜੇ ਭਾਵ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦਾ ਸਲੋਕ ਹੈ ਫਰੀਦ ਸਾਹਿਬ ਦੇ ਸਲੋਕਾਂ 'ਚ। ਹੇ ਫਰੀਦ, ਠੀਕ ਹੈ ਜਿਹੜੇ ਜਾਗਣਗੇ ਦਾਤਾਂ ਲੈ ਲੈਣਗੇ, ਪਰ ਜਿਹੜੇ ਜਾਗ ਕੇ ਹੰਕਾਰ ਕਰਨਗੇ ਨਾ ਵੀ ਮੈਂ ਤੇ ਜਾਗ ਗਿਆ ਬਾਕੀ ਸੁੱਤੇ ਪਏ ਆ, ਤਾਂ ਉਹਨਾਂ ਨੂੰ ਅਸੀਂ ਇਹ ਵੀ ਦੱਸ ਦਈਏ ਰੱਬ ਦੀਆਂ ਦਾਤਾਂ ਨੇ। ਜਿਹਨੂੰ ਮਿਲ ਗਈ ਹੈ ਮਨ ਨੀਵਾਂ ਕਰਕੇ ਲੈਣੀ ਹੈ ਦਾਤ, ਹਉਮੈ ਨਾਲ ਨਹੀਂ। ਕਿਉਂਕਿ ਜੇ ਰੱਬ ਚਾਹੇ ਇੱਕ ਜਾਗਾਂਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਕਈ ਜਾਗਦੇ ਵੀ ਦਾਤ ਤੋਂ ਖਾਲੀ ਰਹਿ ਜਾਣਗੇ, ਜਿੱਦਣ ਉਹਦੀ ਕਿਰਪਾ ਹੋਊਗੀ ਉਹ ਸੁੱਤਿਆਂ ਹੋਇਆਂ ਨੂੰ ਬਿਠਾ ਕੇ ਦਾਤ ਦੇ ਦੇਗਾ। ਇਸ ਕਰਕੇ ਹੰਕਾਰ ਨਹੀਂ ਕਰਨਾ। ਅੰਮ੍ਰਿਤ ਵੇਲੇ ਦਾ ਜਾਗਣਾ, ਜੀਵਨ 'ਚ ਲੈ ਕੇ ਆਉਣਾ ਹਰ ਇੱਕ ਸਿੱਖ ਦੇ ਜੀਵਨ ਦੀ ਇੱਕ ਫਾਊਂਡੇਸ਼ਨ ਹੈ, ਅਧਿਆਤਮਿਕ ਜੀਵਨ ਦੀ ਇੱਕ ਨੀਂਹ ਹੈ। ਪਰ ਜੇ ਹਉਮੈ ਕੀਤੀ ਤਾਂ ਯਾਦ ਰੱਖਿਓ, ਅੰਮ੍ਰਿਤ ਵੇਲੇ ਜਾਗਣ ਦਾ ਹੰਕਾਰ ਕਰਨ ਵਾਲਿਓ, ਤੁਸੀਂ ਹੰਕਾਰ 'ਚ ਹੀ ਰਹਿ ਜਾਣਾ। ਰੱਬ ਨੇ ਕਿਸੇ ਨੂੰ ਸੁੱਤੇ ਪਏ ਨੂੰ ਜਗਾ ਕੇ ਦਾਤ ਬਖਸ਼ ਦੇਣੀ ਹੈ। ਤੁਹਾਡੇ ਨਾਲ ਮਹਾਨ ਜੀਵਨ ਵਾਲਾ ਹੋ ਜਾਣਾ, ਤੁਹਾਡੇ ਨਾਲ ਵੱਡੀ ਕੁਰਬਾਨੀ ਵਾਲਾ ਹੋ ਜਾਣਾ ਉਸਨੇ। ਇਸ ਕਰਕੇ ਉਹਦੀ ਦਾਤ ਨੂੰ ਨੀਵੇਂ ਹੋ ਕੇ ਲੈਣਾ। ਤੋ ਇਹ ਹੈ ਗੁਰਮਤਿ ਦੇ ਵਿੱਚ ਅੰਮ੍ਰਿਤ ਵੇਲੇ ਦਾ ਕੁਝ ਇੱਕ ਵਿਚਾਰ ਜੋ ਆਪ ਜੀ ਨਾਲ ਸਾਂਝਾ ਕੀਤਾ ਹੈ। ਹੁਣ ਆਪਾਂ ਅੱਜ ਦੇ ਸਮੇਂ ਦੀ ਗੱਲ ਕਰੀਏ। ਹੁਣ ਜਿਹੜਾ ਅੱਜ ਦਾ ਸਮਾਂ, ਮੈਂ ਆਪਣੇ ਆਪ ਨੂੰ ਵਿੱਚ ਰੱਖ ਕੇ ਗੱਲ ਕਰਦਾ, ਮੈਂ ਵੱਖਰਾ ਨਹੀਂ। ਆਪਾਂ ਸਾਰੇ ਉਸ ਸਮਾਜ ਦਾ ਹਿੱਸਾ ਆ ਜੋ ਅੱਜ ਦਾ ਸਮਾਂ ਵਰਤ ਰਿਹਾ। ਹੁਣ ਲਾਈਫ ਸਟਾਈਲ ਚੇਂਜ ਹੋ ਚੁੱਕਿਆ ਲੋਕਾਂ ਦਾ। ਅੱਗੇ ਜਲਦੀ ਸੌਂਦੇ ਸੀ, ਜਲਦੀ ਜਾਗਦੇ ਸੀ। ਹੁਣ ਕੀ ਆ, ਲੇਟ ਸੌਂਦੇ ਆ ਤੇ ਲੇਟ ਜਾਗਦੇ ਆ। ਜਿਉਂ-ਜਿਉਂ ਲੇਟ ਸੌਣਾ ਤਿਉਂ ਕੁਦਰਤੀ ਆ ਵੀ ਲੇਟ ਜਾਗਣਾ ਹੋਏਗਾ। ਜੇ ਲੇਟ ਆਪਾਂ ਜਾਗਾਂਗੇ ਉਸ ਵੇਲੇ ਤੱਕ ਫਿਰ ਕੰਮ ਦਾ, ਜੌਬ ਦਾ, ਡਿਊਟੀ ਦਾ ਸਮਾਂ ਹੋ ਜਾਣਾ। ਜਦੋਂ ਡਿਊਟੀ ਦਾ ਸਮਾਂ ਹੋ ਗਿਆ ਤੇ ਫਿਰ ਆਪਾਂ ਨੂੰ ਕੁਦਰਤੀ ਹੈ ਕਿ ਨਿਤਨੇਮ ਕਰਾਂਗੇ ਜਾਂ ਆਪਣਾ ਕੰਮ ਕਰਾਂਗੇ, ਜੌਬ ਵੀ ਕਰਨੀ ਹੈ। ਉਲਝ ਗਿਆ ਨਾ ਕੰਮ। ਹਾਂ, ਜੇ ਕੋਈ ਬੰਦਾ ਬਹੁਤ ਜ਼ਿਆਦਾ ਹਾਰਡ ਹੋ ਜਾਂਦਾ ਇਸ ਗੱਲ ਦੇ ਉੱਪਰ ਕਿ ਮੈਂ ਤੇ ਰਾਤ ਨੂੰ ਇੰਨੇ ਵਜੇ ਜਾਗਣਾ, ਉਹ ਜਾਗਦਾ ਵੀ ਹੈ ਤੇ ਰੈਸਟ ਦਾ ਟਾਈਮ ਘੱਟ ਮਿਲਦਾ, ਤੇ ਫਿਰ ਉਹ ਆਪਣੀ ਜੌਬ 'ਤੇ ਜਾ ਕੇ ਜਿੰਨਾ ਐਕਟਿਵ ਹੋ ਕੇ ਕੰਮ ਕਰਨਾ, ਉਨਾ ਐਕਟਿਵ ਹੋ ਕੇ ਕੰਮ ਨਹੀਂ ਕਰ ਰਿਹਾ।
ਜਿੰਨੀ ਜਾ ਕੇ ਉਹਨੂੰ ਆਪਣੀ ਜ਼ਿੰਮੇਵਾਰੀ ਨਾਲ ਡਿਊਟੀ ਕਰਨੀ ਚਾਹੀਦੀ ਸੀ, ਨਹੀਂ, ਉਹ ਵੀ ਗਲਤ ਹੈ। ਤੋ ਸਿੱਖ ਦਾ ਜੀਵਨ ਜੋ ਗੁਰੂ ਨੇ ਘਾਟ ਘੜੀ ਹੈ, ਇੱਕ ਜ਼ਿੰਮੇਵਾਰੀ ਵਾਲੇ ਜੀਵਨ ਦੀ ਘਾਟ ਘੜੀ ਹੈ, ਜਿਸ ਦੇ ਵਿੱਚ ਰਬਾਬ ਦੀਆਂ ਤਾਰਾਂ ਨਾ ਇੰਨੀਆਂ ਕਸੀਆਂ ਜਾਣ ਕਿ ਤਾਰ ਟੁੱਟ ਜਾਵੇ, ਨਾ ਇੰਨੀਆਂ ਢਿੱਲੀਆਂ ਛੱਡੀਆਂ ਜਾਣ ਕਿ ਉਸ ਰਬਾਬ ਦੇ ਵਿੱਚੋਂ ਸੰਗੀਤ ਹੀ ਪੈਦਾ ਨਾ ਹੋ ਸਕੇ। ਆਪਣੇ ਜੀਵਨ ਨੂੰ ਆਪ ਸਵਾਰਨਾ ਹੈ, ਆਪ ਸੁਧਾਰਨਾ ਹੈ। ਹਰ ਕੋਈ ਆਪਣੇ ਜੀਵਨ ਲਈ ਆਪ ਰਿਸਪੋਂਸੀਬਲ ਹੈ ਇਸ ਚੀਜ਼ 'ਤੇ। ਤੋ ਹੁਣ ਅੰਮ੍ਰਿਤ ਵੇਲਾ ਜ਼ਰੂਰੀ ਹੈ ਭਗਤ ਸਾਹਿਬਾਨ ਜੀ ਦੇ ਜੀਵਨ 'ਚ, ਗੁਰੂ ਸਾਹਿਬਾਨ ਜੀ ਦੇ ਜੀਵਨ, ਸਾਡੇ ਸਿੱਖ ਸ਼ਹੀਦਾਂ ਮਹਾਂਪੁਰਸ਼ਾਂ ਦੇ ਜੀਵਨ 'ਚ, ਅਤੇ ਈਵਨ ਸਾਡੇ ਆਪਣੇ ਬਜ਼ੁਰਗਾਂ ਦੇ ਜੀਵਨ 'ਚ ਅੰਮ੍ਰਿਤ ਵੇਲੇ ਦੇ ਦਰਸ਼ਨ ਹੁੰਦੇ ਆ। ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਨਹੀਂ ਬਹੁਤ ਥਾਵਾਂ ਦੇ ਉੱਪਰ ਅੰਮ੍ਰਿਤ ਵੇਲੇ ਦੇ ਸਿਧਾਂਤ ਨੂੰ ਗੁਰੂ ਸਾਹਿਬ ਨੇ ਵਰਣਨ ਕੀਤਾ। ਜੇ ਕੋਈ ਆਤਮਿਕ ਜੀਵਨ ਨੂੰ, ਅਧਿਆਤਮਿਕ ਜੀਵਨ ਨੂੰ ਮੰਨਣਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਦੀ ਸੰਭਾਲ ਕਰਨੀ ਪਏਗੀ। ਜੇ ਨਹੀਂ ਕੋਈ ਮੰਨ ਰਿਹਾ ਹੈ ਜਾਂ ਨਹੀਂ ਮੰਨਣਾ ਚਾਹੁੰਦਾ, ਇਹ ਡਿਪੈਂਡ ਕਰਦਾ ਹੈ। ਤੋ ਅੱਜ ਦਾ ਜਿਹੜਾ ਲਾਈਫ ਸਟਾਈਲ ਹੈ ਉਹ ਇਸ ਤਰ੍ਹਾਂ ਦਾ ਹੋ ਚੁੱਕਿਆ ਹੈ, ਜਿਸ ਦੇ ਵਿੱਚੋਂ ਇਹ ਅੰਮ੍ਰਿਤ ਵੇਲੇ ਵਾਲੀ ਚੀਜ਼ ਖੁੰਝ ਚੁੱਕੀ ਹੈ, ਖੁੰਝਦੀ ਜਾ ਰਹੀ ਹੈ। ਤੋ ਇਹ ਚੀਜ਼ ਦੇ ਨਾਲ ਇਨਸਾਨ ਦੇ ਜੀਵਨ 'ਚ ਫਿਰ ਪਿੱਛੇ ਕੀ ਆ ਗਿਆ ਹੈ? ਸਟ੍ਰੈਸ, ਦਿਮਾਗੀ ਤੌਰ ਦੇ ਉੱਪਰ ਵਜ਼ਨ। ਅਤੇ ਫਿਰ ਉਹਦਾ ਹੱਲ ਕੀ? ਮੈਡੀਸਨਸ ਦੇ ਨਾਲ, ਦਵਾਈਆਂ ਦੇ ਨਾਲ, ਕਈ ਤਰ੍ਹਾਂ ਦੀ ਹੋਰ ਥੈਰੇਪੀਜ਼, ਕਾਉਂਸਲਿੰਗ ਕਰਾਈ ਜਾਂਦੀ ਹੈ, ਉਹਨਾਂ ਦੇ ਨਾਲ ਕੀਤਾ ਜਾਂਦਾ ਹੈ। ਪਰ ਸਾਡੇ ਗੁਰੂ ਸਾਹਿਬ ਨੇ ਜਿਹੜਾ ਰਸਤਾ ਦਿੱਤਾ ਹੈ ਉਹ ਹੈ ਕਿ ਉਸ ਵੇਲੇ ਨੂੰ ਸਮਝਣਾ ਅਤੇ ਜਾਗਣਾ, ਜਿਹਦੇ ਬਾਰੇ ਅੱਜ ਦੇ ਬਚਨਾਂ 'ਚ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਨੇ, ਚਿੜੀ ਚੌਕੀ ਪਹੁ ਫੁੱਟੀ ਵਗਣ ਬਹੁਤ ਤਰੰਗ। ਚਿੜੀ ਦਾ ਚੌਕਣਾ, ਪਹੁ ਫਟਾਲੇ ਦਾ ਹੋਣਾ, ਸਵੇਰੇ ਸੂਰਜ ਦੀ ਟਿੱਕੀ ਦਾ ਉੱਪਰ ਨੂੰ ਆਉਣਾ, ਅਸਮਾਨ ਦੇ ਵਿੱਚ ਲਾਲੀ ਅਤੇ ਹਵਾ ਦੀਆਂ ਤਰੰਗਾਂ। ਇੱਥੇ ਅੰਮ੍ਰਿਤ ਵੇਲੇ ਨਾਮ ਦੀਆਂ ਤਰੰਗਾਂ ਵੀ ਲਿਖਿਆ, ਸਿਮਰਨ ਦੀਆਂ ਲਹਿਰਾਂ। ਅਚਰਜ ਰੂਪ ਸੰਤਨ ਰਚੇ, ਜਿਹੜੇ ਸੰਤ ਜਨ ਨੇ ਜਿਨ੍ਹਾਂ ਦੀ ਬਿਰਤੀ ਪ੍ਰਮਾਤਮਾ ਵੱਲ ਨੂੰ ਝੁਕਾਅ ਰੱਖਦੀ ਹੈ, ਉਹ ਕਹਿੰਦੇ ਨੇ ਵੀ ਰੱਬ ਨੇ ਬੜਾ ਅਚਰਜ ਕੌਤਕ ਰਚਿਆ ਹੈ। ਉਹਨੂੰ ਇਹ ਕੁਦਰਤੀ ਨਜ਼ਾਰੇ ਰੂਹ ਨੂੰ ਖਿੱਚ ਪਾਉਂਦੇ ਹਨ। ਨਾਨਕ ਨਾਮਹਿ ਰੰਗ, ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਮੋਹਰ ਛਾਪ ਲਾ ਕੇ ਕਹਿੰਦੇ ਨੇ, ਇਹ ਭਾਈ ਨਾਮ ਦੇ ਰੰਗ ਵਿੱਚ, ਰੰਗ ਦਾ ਅਰਥ ਇੱਥੇ ਪਿਆਰ। ਤੂੰ ਵੀ ਵਾਹਿਗੁਰੂ ਦੀ ਬੇਅੰਤਤਾਈ ਦੇ ਪਿਆਰ ਵਿੱਚ ਆਪਣੇ ਮਨ ਨੂੰ ਰੰਗ ਲੈ, ਆਪਣੀ ਸੁਰਤ ਨੂੰ ਰੰਗ ਲੈ। ਇਹੋ ਜਿਹਾ ਸੁਹਾਵਣਾ ਸਮਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਕੁਦਰਤ ਦੇ ਵਿੱਚ ਰਚਿਆ ਹੋਇਆ ਹੈ। ਤੋ ਸਾਧ ਸੰਗਤ ਜੀ, ਇੱਥੇ ਆ ਕੇ ਗੌੜੀ ਕੀ ਵਾਰ ਦੀ 6 ਨੰਬਰ ਪੌੜੀ ਨਾਲ ਜਿਹੜਾ ਪਹਿਲਾ ਸ਼ਲੋਕ ਹੈ, ਇਸ ਦੀ ਸੰਪੂਰਨਤਾ ਹੋ ਰਹੀ ਹੈ। ਤੋ ਅੱਜ ਦੇ ਬਚਨਾਂ ਦੇ ਵਿੱਚ, ਸਿੱਖ ਇਤਿਹਾਸ ਵਿੱਚ, ਗੁਰਬਾਣੀ ਦੇ ਵਿੱਚ ਜੋ ਅੰਮ੍ਰਿਤ ਵੇਲੇ ਦੀ ਕੀ ਮਹਾਨਤਾ ਹੈ, ਇਹ ਆਪਾਂ ਸਾਂਝੀ ਕਰਨ ਦਾ ਯਤਨ ਕੀਤਾ। ਇਸ ਤੋਂ ਇਲਾਵਾ ਜੋ ਸਿੱਖ ਦਾ ਜੀਵਨ, ਉਸ ਜੀਵਨ ਦੀ ਫਾਊਂਡੇਸ਼ਨ ਜੋ ਹੈ, ਉਹਦੇ ਬਾਰੇ ਆਪਾਂ ਵਿਚਾਰ ਕੀਤੀ ਹੈ। ਸਤਿਗੁਰੂ ਕਿਰਪਾ ਕਰੇ, ਗੁਰੂ ਮਹਾਰਾਜ ਜੀ ਦੇ ਬਚਨਾਂ ਦੇ ਵਿਚਾਰ ਕਰਦਿਆਂ ਕੋਈ ਅੱਖਰ ਵਾਧਾ ਘਾਟਾ ਭੁੱਲ ਚੁੱਕ ਹੋ ਗਈ ਹੈ, ਵਿਚਾਰ ਕਰਦਿਆਂ ਹੋ ਜਾਂਦੀ ਹੈ, ਕਿਉਂਕਿ ਗੁਰੂ ਦਾ ਇਤਿਹਾਸ ਬਾਣੀ ਬੜੀ ਬੇਅੰਤ ਹੈ। ਸੰਗਤ ਬਖਸ਼ਣਹਾਰ ਹੈ, ਗੁਰੂ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਬਾਕੀ ਗੁਰੂ ਦਾ ਸਿਧਾਂਤ ਹੈ, ਸਾਰਿਆਂ